ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਆਥਣ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਪਾਲ ਸੰਧੂ ਸਵਾਗਤ ਕਰਦਾ ਹਾਂ। ਹਰ ਰੋਜ਼ ਦੀ ਤਰ੍ਹਾਂ ਦਿਨ ਭਰ ਦੀ ਹਰ ਜ਼ਰੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਆਓ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ। ਬੀਤੇ ਦਿਨੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਇਲਾਕੇ 'ਚ ਮੀਂਹ ਅਤੇ ਗੜੇਮਾਰੀ ਹੋਈ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਕੈਨਵਾਲਾ ਵਿਖੇ ਚੱਕਰਵਾਤੀ ਤੂਫਾਨ ਨੇ ਪਿੰਡ ਅਤੇ ਖੇਤਾਂ ਵਿੱਚ ਭਾਰੀ ਤਬਾਹੀ ਮਚਾਈ, ਜਿਸ ਨਾਲ ਕਣਕ ਅਤੇ ਬਾਕੀ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅੰਦਰ ਪਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ, ਬਾਗਾਂ ਅਤੇ ਘਰਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਹਫ਼ਤੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ, ਤਾਂ ਕਿ ਕਿਸਾਨਾਂ ਅਤੇ ਗਰੀਬਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਕਿਸਾਨਾਂ ਅਤੇ ਗਰੀਬਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਹੁਣ ਪੇਸ਼ ਨੇ ਅਹਿਮ ਖਬਰਾਂ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੁਆਰਾ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਕਿ ਰਾਹੁਲ ਗਾਂਧੀ ਨੂੰ ਲੱਗਦਾ ਸੀ ਕਿ ਉਹ ਬਦਕਿਸਮਤੀ ਨਾਲ ਸੰਸਦ ਮੈਂਬਰ ਹਨ। ਪਰਮਾਤਮਾ ਨੇ ਉਹਨਾਂ ਦੀ ਗੱਲ ਸੁਣੀ ਅਤੇ ਅਦਾਲਤ ਦੁਆਰਾ ਉਹਨਾਂ ਨੂੰ ਬਦਕਿਸਮਤੀ ਤੋਂ ਛੁਟਕਾਰਾ ਮਿਲਿਆ। ਉਹ ਆਪਣੇ ਆਪ ਨੂੰ ਸੰਸਦ, ਸਦਨ, ਨਿਆਂਪਾਲਿਕਾ ਅਤੇ ਦੇਸ਼ ਤੋਂ ਉੱਪਰ ਸਮਝਦੇ ਹਨ। ਉਹਨਾਂ ਦੀ ਸੰਸਦ ਦੀ ਮੈਂਬਰਸ਼ਿਪ ਖਤਮ ਕਰਨਾ ਕੋਰਟ ਦਾ ਫੈਸਲਾ, ਪਰ ਕਾਂਗਰਸ ਦਾ ਸੜਕ ਤੇ ਹੰਗਾਮਾ आखिर क्यों? भगवान के घर में देर से ही अंधेर नहीं। राहुल जी कहते थे दुर्भाग्य से सांसद हूं, अनफॉर्चुनेटली आई एम एन एमपी। सो उनको जो एक दुर्भाग्य लगता था आज उससे भी मुक्ति मिल गई है। उनके साथ साथ वायनाड के लोगों को भी इससे छुटकारा मिल पाया। इतने लंबे समय से जो लोकसभा के सदस्य हों, न कभी अमेठी के लिए 5 वर्षों में एक सवाल पूछ पाए 2009 से 14 तक, और इतने वर्षों में मात्र 21 डिबेट्स में भाग लेना तो अपने आप में दिखाता है कि वर्ष उतने हो गए लेकिन उतनी डिबेट्स में पार्टिसिपेट नहीं किया। एक भी आज तक प्राइवेट मेंबर बिल तो लाने की बात दूर, लेकिन अपनी ही सरकार में 2013 में ऑर्डिनेंस को भरे चौराहे पर फाड़ देने का काम और नॉनसेंस बोलने का काम यह श्रीमान राहुल गांधी जी ने किया। वो सदा अपने आप को संसद से ऊपर, सदन से ऊपर, सरकारों से ऊपर, देश से ऊपर और न्याय व्यवस्था से ऊपर समझते हैं। और इस सेंस ऑफ एंटाइटलमेंट की जो बात कही, ये अपने आप में उन पर लागू होती है। अब एक बात पहले आई कि क्या 2 साल की सजा। देखिए मित्रों, 2018 में, मैं आपको 2018 में इसलिए लेके जा रहा हूं कि एसएलपी जब सुप्रीम कोर्ट में आई तो 2018 में उनसे रिटर्न माफी मांगी गई, लिखित रूप में माफी, और कोर्ट ने कहा भविष्य में सचेत रहना, ऐसी गलती मत करना। लेकिन 2019 में ही एक बार नहीं कई बार ऐसे झूठे आरोप तो लगाए ही। अभद्र भाषा का प्रयोग, अपमान करने का काम, अपशब्द बोलना, ये उनकी आदत सी बन गई थी। सभी चोर मोदी हैं ये बोल दो, किसी को किसी की हत्या के साथ जोड़ दो, कुछ भी कह दो, आपको तो कोई देश में कोई कुछ कर ही नहीं सकता, ये उनको लगता था, क्योंकि वो सब चीजों से अपने आप को ऊपर समझते थे। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਵੀ ਧਰਮ ਵੱਲੋਂ ਚੱਲ ਰਹੀਆਂ ਫੈਕਟਰੀਆਂ ਦਾ ਕੱਚਾ ਮਾਲ ਨਹੀਂ ਬਣ ਦੇਵਾਂਗੇ। ਅਸੀਂ ਲੋਕਾਂ ਦੀਆਂ ਆਸਾਂ ਤੇ ਖਰੇ ਉਤਰਾਂਗੇ। ਉਹਨਾਂ ਕਿਹਾ ਕਿ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਤੁਹਾਡੇ ਯਕੀਨ ਨੂੰ ਕਾਇਮ ਰੱਖਾਂਗਾ। ਨੌਜਵਾਨਾਂ ਨੂੰ ਸਿੱਖਿਅਤ ਕਰਨਾ ਸਾਡਾ ਮੁੱਖ ਕੰਮ ਹੈ। ਨੌਜਵਾਨਾਂ ਦੇ ਹੱਥਾਂ 'ਚ ਹਥਿਆਰ ਨਹੀਂ, ਕਿਤਾਬਾਂ, ਲੈਪਟਾਪ ਅਤੇ ਨਿਯੁਕਤੀ ਪੱਤਰ ਹੀ ਸੌਂਪਦੇ ਹਨ। ਪੰਜਾਬੀਓ, ਪੰਜਾਬ ਦੀ ਅਮਨ ਸ਼ਾਂਤੀ ਤੇ ਪੰਜਾਬ ਦੇ ਭਾਈਚਾਰਕ ਸਾਂਝ ਦੇ ਰਿਸ਼ਤੇ ਨੂੰ ਕਾਇਮ ਰੱਖਣਾ ਤੇ ਉਹਨੂੰ ਕਿਸੇ ਕਿਸਮ ਦੀ ਵੀ ਬੁਰੀ ਨਜ਼ਰ ਤੋਂ ਬਚਾਉਣਾ, ਇਹ ਮੇਰਾ ਫਰਜ਼ ਹੈ। ਤੇ ਮੈਂ ਤੁਹਾਡੇ ਯਕੀਨ ਤੇ ਵਿਸ਼ਵਾਸ ਦੇ ਆਧਾਰ 'ਤੇ ਇਹ ਜਿਹੜਾ ਫਰਜ਼ ਹੈ ਉਹ ਨਿਭਾ ਵੀ ਰਿਹਾ, ਨਿਭਾਉਂਦਾ ਰਹੂੰਗਾ। ਅਸੀਂ ਪੰਜਾਬ ਦੀ ਜਵਾਨੀ ਦੇ ਹੱਥਾਂ 'ਚ ਆਈਪੈਡ, ਲੈਪਟਾਪ, ਕੰਪਿਊਟਰ, ਹੁਨਰਮੰਦ ਡਿਗਰੀਆਂ, ਵੱਡੀਆਂ ਵੱਡੀਆਂ ਨੌਕਰੀਆਂ ਦੇ ਅਪੁਆਇੰਟਮੈਂਟ ਲੈਟਰ ਤੇ ਵਰਲਡ ਪੱਧਰ ਦੇ ਮੁਕਾਬਲਿਆਂ ਦੇ ਸੋਨੇ ਦੇ, ਚਾਂਦੀ ਦੇ, ਕਾਸ਼ੀ ਦੇ ਮੈਡਲ ਦੇਖਣੇ ਚਾਹੁੰਦੇ ਹਾਂ। ਅਸੀਂ ਪੰਜਾਬ ਦੀ ਜਵਾਨੀ ਨੂੰ ਕਿਸੇ ਧਰਮ ਦੇ ਨਾਂ 'ਤੇ ਚਲਾਈਆਂ ਹੋਈਆਂ ਫੈਕਟਰੀਆਂ ਦਾ ਕੱਚਾ ਮਾਲ ਬਣਦਾ ਦੇਖ ਕੇ
ਤਮਾਸ਼ਾ ਨਹੀਂ ਦੇਖਾਂਗੇ। ਜ਼ਮਾਨਾ ਪੜ੍ਹਨ ਦਾ ਹੈ, ਜ਼ਮਾਨਾ ਤਰੱਕੀ ਦਾ ਹੈ, ਤੇ ਸਾਨੂੰ ਸਮੇਂ ਦੇ ਹਾਣੀ ਹੋਣਾ ਪਊਗਾ। ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ, ਪਿੰਡਾਂ 'ਚੋਂ ਫੋਨ ਆਏ, ਸ਼ਹਿਰਾਂ 'ਚੋਂ ਫੋਨ ਆਏ, ਕਸਬਿਆਂ 'ਚੋਂ ਫੋਨ ਆਏ, ਪੜ੍ਹੇ ਲਿਖੇ ਲੋਕਾਂ ਦੇ ਫੋਨ ਆਏ, ਮੁਲਾਜ਼ਮਾਂ ਦੇ ਫੋਨ ਆਏ, ਅਫਸਰਾਂ ਦੇ ਫੋਨ ਆਏ, ਮਜ਼ਦੂਰਾਂ ਦੇ ਫੋਨ ਆਏ, ਕਿਸਾਨਾਂ ਦੇ ਫੋਨ ਆਏ, ਮਾਵਾਂ ਦੇ ਫੋਨ ਆਏ ਕਿ ਪੁੱਤ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਅਫਸਰਾਂ ਵਾਲੀਆਂ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਬਿਰਾਜਮਾਨ ਹੁੰਦਾ ਦੇਖਣੇ ਚਾਹੁੰਦੇ ਹਾਂ, ਅਤੇ ਉਮੀਦ ਸਾਡੀ ਤੁਸੀਂ ਪੂਰੀ ਕਰ ਸਕਦੇ ਹੋ। ਇੰਨਾ ਯਕੀਨ ਕਰਨ ਲਈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਿੱਖਿਅਤ ਕਰੀਏ, ਉਹਨਾਂ ਨੂੰ ਪੜ੍ਹਾਈਏ, ਉਹਨਾਂ ਨੂੰ ਪੈਰਾਂ ਸਿਰ ਕਰੀਏ। ਸੋ ਮੈਂ ਯਕੀਨ ਦਿਵਾਉਣਾ ਚਾਹੁੰਦਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਕਿ ਤੁਸੀਂ ਮੇਰੇ 'ਤੇ ਯਕੀਨ ਕਰ ਰਹੇ ਹੋ, ਵਿਸ਼ਵਾਸ ਕਰ ਰਹੇ ਹੋ, ਤਾਂ ਮੈਂ ਵੀ ਤੁਹਾਨੂੰ ਯਕੀਨ 'ਤੇ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡਾ ਯਕੀਨ 'ਤੇ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ। ਤੁਸੀਂ ਕੰਮਕਾਰ ਕਰੋ, ਆਰਾਮ ਨਾਲ ਤਰੱਕੀਆਂ ਕਰੋ, ਤੁਹਾਡੀਆਂ ਤਰੱਕੀਆਂ ਦੇ ਵਿੱਚ ਸਰਕਾਰ ਤੁਹਾਨੂੰ ਸਹਾਇਤਾ ਕਰੂਗੀ, ਅਤੇ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ, ਅਫਗਾਨਿਸਤਾਨ ਨਹੀਂ ਬਣਾਉਣਾ। ਕਿਸੇ ਬਗਾਨੇ ਪੁੱਤ ਨੂੰ ਇਹ ਕਹਿਣਾ ਬਹੁਤ ਆਸਾਨ ਹੈ ਕਿ ਤੂੰ ਹਥਿਆਰ ਚੁੱਕ ਲੈ, ਜਾਂ ਬਗਾਨਿਆਂ ਪੁੱਤਾਂ ਨੂੰ ਜਵਾਨੀ ਦੇ ਵਿੱਚ ਮਰਨ ਦੀਆਂ ਗੱਲਾਂ ਸਿਖਾਉਣੀਆਂ ਬਹੁਤ ਆਸਾਨ ਨੇ। ਜਦੋਂ ਆਪਣੇ ਸਿਰ 'ਤੇ ਪੈਂਦੀ ਹੈ ਉਦੋਂ ਪਤਾ ਲੱਗਦਾ। ਸਿਆਣੇ ਕਹਿੰਦੇ ਆ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਸੋ ਜਿਹੜੇ ਧਰਮ ਦੇ ਨਾਂ 'ਤੇ ਦੁਕਾਨਾਂ ਖੋਲ੍ਹੀ ਬੈਠੇ ਹੈ ਅਤੇ ਸਾਡੀ ਜਵਾਨੀ ਨੂੰ ਭੜਕਾ ਰਹੇ ਹੈ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਉਹ ਆਪਣੇ ਵਹਿਮ ਕੱਢ ਦੇਣ, ਆਪਣੇ ਭੁਲੇਖੇ ਦੂਰ ਕਰ ਲੈਣ ਕਿ ਉਹ ਪੰਜਾਬ ਦੇ ਵਿੱਚ ਕਿਸੇ ਕਿਸਮ ਦਾ ਕੋਈ ਗੜਬੜ ਜਾਂ ਪੰਜਾਬ ਦੇ ਵਿੱਚ ਕਿਸੇ ਕਿਸਮ ਦੀ ਭਾਈਚਾਰਕ ਸਾਂਝ ਦੇ ਵਿੱਚ ਕੋਈ ਤਰੇੜ ਪਾ ਦੇਣਗੇ। ਆਮ ਆਦਮੀ ਪਾਰਟੀ ਸਰਕਾਰ ਬਣਾਉਣਾ ਵੀ ਜਾਣਦੀ ਹੈ, ਲੋਕਾਂ ਦਾ ਦਿਲ ਜਿੱਤਣਾ ਵੀ ਜਾਣਦੀ ਹੈ, ਅਤੇ ਸਰਕਾਰ ਚਲਾਉਣਾ ਵੀ ਜਾਣਦੀ ਹੈ। ਲਾਅ ਐਂਡ ਆਰਡਰ ਦੇ ਮਾਮਲੇ 'ਚ ਮੈਂ ਸਾਰੇ ਪੰਜਾਬੀਆਂ ਨੂੰ ਇਹ ਯਕੀਨ ਦਿਵਾਉਣਾ ਕਿ ਜਿਹੜਾ ਵਿਸ਼ਵਾਸ ਤੁਸੀਂ ਕੀਤਾ ਹੋਇਆ ਉਹੀ ਵਿਸ਼ਵਾਸ ਰੱਖਿਓ। ਇਸ ਵਿਸ਼ਵਾਸ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਹੈ। ਆਓ ਆਪਾਂ ਪੰਜਾਬ ਨੂੰ ਇੱਕ ਖੁਸ਼ਹਾਲ ਅਤੇ ਨੰਬਰ 1 ਸੂਬਾ ਬਣਾਈਏ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਦੁਆਰਾ ਇੱਕ ਪੋਸਟ ਸਾਂਝੀ ਕਰਕੇ ਕਿਹਾ ਗਿਆ ਕਿ ਸਾਡੇ ਕਾਂਗਰਸ ਨਾਲ ਮਤਭੇਦ ਹੋ ਸਕਦੇ ਹਨ, ਪਰ ਅਸੀਂ ਰਾਹੁਲ ਗਾਂਧੀ ਦੇ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਦੀ ਨਿੰਦਾ ਕਰਨ ਲਈ ਵਿਰੋਧੀ ਧਿਰ ਦੇ ਨਾਲ ਇਕਜੁੱਟ ਹਾਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਅਯੋਗਤਾ ਵਿਰੋਧੀ ਧਿਰ ਅਤੇ ਆਖਰਕਾਰ ਸਾਡੇ ਲੋਕਤੰਤਰ ਨੂੰ ਖਤਮ ਕਰਨ ਦੀ ਭਾਜਪਾ ਦੀ ਇੱਕ ਹੋਰ ਕੋਸ਼ਿਸ਼ ਹੈ। राहुल गांधी की संसद की सदस्यता को रद्द करने का विरोध हम करते हैं, और ये विरोध मुझे लगता है कि भारत देश के हर नागरिक को करना चाहिए, क्योंकि ये अटैक सिर्फ किसी एक पार्टी या एक पार्टी के नेता पे नहीं है, ये अटैक भारत के लोकतंत्र पे है। हमारी कांग्रेस से विचारधारा शायद मेल ना खाती हो, हमारे बहुत राजनीतिक मतभेद हों, राजनीति के चुनावों के मैदान में हम आमने सामने भी होते हैं, लेकिन जहाँ तक देश के लोकतंत्र की बात हो, देश के संविधान की बात हो, पार्लियामेंट्री डेमोक्रेसी की बात हो, वहाँ पर जिस प्रकार से केंद्र में बैठी भारतीय जनता पार्टी की सरकार एक एक करके विपक्ष के तमाम नेताओं को चिन्हित कर कर या तो जेल में डाल रही है, या उनकी सदस्यता रद्द कर रही है, या कोर्ट से उनके खिलाफ वर्डिक्ट्स ले रही है, 2-2, 3-3, 4-4 साल की कैद, इम्प्रिजनमेंट के वर्डिक्ट्स ले रही है। ये सारा तंत्र, ये सारा सिस्टम सिर्फ देश में विपक्ष को खत्म करना चाहता है। अगर विपक्ष नहीं रहेगा इस देश में तो लोकतंत्र नहीं रहेगा। इस देश के लोगों का डिफेंस मैकेनिज्म है ऑपोजिशन। अगर ऑपोजिशन ढह जाएगी, अगर ऑपोजिशन समाप्त हो जाएगी तो डेमोक्रेसी नहीं रहेगी, लोकतंत्र नहीं रहेगा। इसलिए ये हमला किसी एक पार्टी के एक नेता पे नहीं है, चाहे राहुल गांधी पसंद हो या ना हो, ना आपको पसंद हो ना हमें पसंद हो, लेकिन ये हमला किसी एक नेता या पार्टी पे नहीं है, ये हमला देश के लोकतंत्र पे है। और इसीलिए मुझे लगता है कि आज का लोकसभा सचिवालय का लिया गया फैसला, यहाँ तक कहूँ मैं तो बीजेपी के द्वारा लिया गया फैसला कि एक प्रोमिनेंट ऑपोजिशन के लीडर राहुल गांधी की मेंबरशिप सदन की सदस्यता को रद्द करने का, ये निंदनीय है।
और ये कहीं ना कहीं हमारे देश के लोकतंत्र पे प्रहार है। इट इज़ एन अफ्रॉन्ट टू इंडियाज डेमोक्रेसी एंड वी कंडेम दिस। ਕਾਂਗਰਸ ਪਾਰਟੀ ਆਗੂ ਪ੍ਰਿयंका ਗਾਂਧੀ ਦੁਆਰਾ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਸਾਡੀਆਂ ਰਗਾਂ ਵਿੱਚ ਸ਼ਹੀਦਾਂ ਦਾ ਖੂਨ ਹੈ ਜੋ ਹਮੇਸ਼ਾ ਇਸ ਦੇਸ਼ ਲਈ ਵਗਿਆ ਹੈ। ਉਹਨਾਂ ਕਿਹਾ ਕਿ ਅਸੀਂ ਡਟ ਕੇ ਲੜਾਂਗੇ, ਅਸੀਂ ਡਰਨ ਵਾਲੇ ਨਹੀਂ। ਉਹਨਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦੇ ਅਡਾਨੀ ਮੋਦੀ ਦੇ ਸਬੰਧਾਂ ਤੇ ਸਰਕਾਰ ਜਵਾਬ ਦੇਣਾ ਨਹੀਂ ਚਾਹੁੰਦੀ, ਇਸ ਲਈ ਉਹਨਾਂ ਖਿਲਾਫ ਕਾਰਵਾਈ ਕੀਤੀ ਗਈ। भाजपा के स्पोक्स पर्सन हो, चाहे मंत्री हो, चाहे उनके सांसद हो, चाहे प्रधानमंत्री खुद, सुबह से शाम तक वो मेरे परिवार के बारे में, राहुल जी के बारे में, मेरे पिताजी के बारे में, मेरी माता जी के बारे में, इंदिरा जी के बारे में और पंडित जी नेहरू जी के बारे में कुछ न कुछ आलोचना करते रहते हैं। ये सिलसिला पुराना है, सब पूरा देश जानता है, पूरा देश देखता है। ठीक है, उनके खिलाफ किसी जज ने किसी 2 साल का सेंटेंस नहीं दिया, उनको डिस्क्वालीफाई नहीं किया। और मेरे भाई ने क्या किया, अडानी का मुद्दा उठाया। मेरे भाई ने अडानी का मुद्दा उठाया, सवाल पूछे संसद में, इसीलिए ये सब हुआ। जो केस, जिस केस का स्टे कंप्लेनेंट ने खुद मांगा था, 1 साल से स्टे था, अडानी ने जो भाषण दिया मेरे भाई ने, उसके बाद अचानक उस केस को जिंदा क्यों किया? अगला कदम क्या होगा? ये सरकार अडानी के जवाब देना नहीं चाहती, डरती है इन सवालों से, इसीलिए ये पूरी प्लानिंग के तहत किया गया है ताकि राहुल जी संसद। अगला कदम क्या होगा मैम आपका? देखिए, मैंने कहा अगला कदम क्या होगा? मैंने कहा है कांग्रेस लड़ेगी, राहुल जी लड़ेंगे, हम सब लड़ेंगे। ये हमारे रगों में जो खून दौड़ता है ना, ये शहीदों का खून है। सुन लीजिए, जिस खून को आप बार बार परिवारवादी कहते हैं, बार बार आप आलोचना करते हैं, बार बार आप शब्द इस्तेमाल करते हैं, ये खून रहा है इस देश के लिए, ये पीछे हटेगा नहीं। डरते नहीं है, हम लड़ते रहेंगे और आप खड़े रहेंगे। कुछ भी करना चाहे करें, कोई बात नहीं। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੁਆਰਾ ਇੱਕ ਪੋਸਟ ਸਾਂਝੀ ਕਰਕੇ ਕਿਹਾ ਗਿਆ ਕਿ ਸਾਡੇ ਲੀਡਰ ਕੋਲ 2 ਹੀ ਰਸਤੇ ਸਨ, ਜਾਂ ਤਾਂ ਉਹ ਮਾਫੀ ਮੰਗ ਲੈਂਦੇ ਜਾਂ ਡਟ ਕੇ ਵਿਰੋਧ ਕਰਦੇ, ਪਰ ਉਹਨਾਂ ਨੇ ਦੂਸਰਾ ਰਸਤਾ ਚੁਣਿਆ, ਜਿਸ ਕਾਰਨ ਉਹਨਾਂ ਨੂੰ 2 ਸਾਲ ਦੀ ਸਜ਼ਾ ਅਤੇ ਸੰਸਦ ਦੀ ਮੈਂਬਰਸ਼ਿਪ ਵੀ ਵਾਪਸ ਲੈ ਲਈ ਗਈ। ਉਹਨਾਂ ਕਿਹਾ ਕਿ ਉਹਨਾਂ ਸਾਨੂੰ ਹਮੇਸ਼ਾ ਲੜਨ ਲਈ ਪ੍ਰੇਰਿਆ। ਰਾਹੁਲ ਗਾਂਧੀ ਨੇ ਆਮ ਜਨਤਾ ਦੀ ਲੜਾਈ ਲੜਨ ਲਈ ਸਾਹਸ ਕੀਤਾ। ਉਹਨਾਂ ਕਿਹਾ ਕਿ ਅਸੀਂ ਹੌਸਲੇ ਨਾਲ ਇਹ ਲੜਾਈ ਲੜਾਂਗੇ। साथियों, हमारे लीडर के पास 2 ही रास्ते थे, या तो वो माफी मांग लेते और या फिर इन देश विरोधी ताकतों का डट के मुकाबला करते। और उन्होंने दूसरा रास्ता चुना। उन्होंने रास्ता चुना कि मैं माफी नहीं मांगूंगा और मैं सच के लिए अगर जेल जाना पड़ेगा तो मैं जेल भी जाऊंगा। और आज सच बोलने के लिए राहुल गांधी जी की सदस्यता रद्द कर दी गई है और 2 साल की उन्हें सजा सुनाई गई है। हमें गर्व है अपने लीडर पर, जैसा वो कहते हैं कि डरो मत, लड़ो। हमें गर्व है कि जो कहते हैं वो हमारा लीडर करता है। और हम सब लोगों को इकट्ठे होकर इन देश विरोधी ताकतों के साथ और जो लोकतंत्र को खत्म करना चाहती उन ताकतों के साथ, वो देश की आवाज को बंद करना चाहती है, उन लोगों की आवाज जो राहुल गांधी आम जनता की आवाज बनकर पार्लियामेंट में गूंजते थे, उनकी आवाज को बंद करना चाहती हैं। हम डरते नहीं हैं, हम डरते नहीं हैं और हमारा लीडर डरता नहीं है। हम लड़ेंगे और लड़कर मरेंगे, ताकि दुनिया और देश याद रखेगा कि किस प्रकार से हमारे उस लीडर ने अन्याय के खिलाफ एक लड़ाई लड़ी। और ये इतिहास गवाह होगा। प्रधानमंत्री आते रहेंगे, जाते रहेंगे, बहुत से आए, बहुत से चले गए, बहुत से लोग ताकतवर हुए और चले गए, लेकिन कोई ऐसा व्यक्ति कलयुग में आया जिस बंदे ने जनता की आवाज बनकर लड़ाई लड़ने का साहस किया। देश की सबसे बड़ी राजनीतिक पार्टी, ऑपोजिशन पार्टी का वो हमारा लीडर जिसने साहस किया है कि मैं आम जनता की लड़ाई लड़ूंगा। हमें बिल्कुल घबराहट नहीं होनी चाहिए। हमें बिल्कुल हौसले के साथ ये मौका है कि हम लड़ाई लड़ेंगे। आज मेरे को
आज मेरे को पुराने दिन याद आ रहे हैं, किस प्रकार से हमारे पूर्वजों ने लड़ाई लड़ी होगी, ये मैं सोच सकता हूं और कल्पना कर सकता हूं। हम लड़ेंगे और डरेंगे नहीं। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਗਿਆ ਕਿ ਇਹ ਲੜਾਈ ਕੇਵਲ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਨਹੀਂ, ਸਗੋਂ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਹੈ। ਇਹ ਇੱਕ ਤਾਨਾਸ਼ਾਹ, ਇੱਕ ਘੱਟ ਪੜ੍ਹੇ ਲਿਖੇ ਵਿਅਕਤੀ ਅਤੇ ਇੱਕ ਹੰਕਾਰੀ ਵਿਅਕਤੀ ਤੋਂ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨਾ ਪਵੇਗਾ। सारे लोगों को साथ आना पड़ेगा। ये लड़ाई राहुल गांधी की लड़ाई नहीं है, ये लड़ाई कांग्रेस की लड़ाई नहीं है, ये लड़ाई इस देश को बचाने की लड़ाई है। एक तानाशाह से, एक कम पढ़े लिखे व्यक्ति से, एक अहंकारी व्यक्ति से इस देश को बचाने की लड़ाई है। थैंक यू।